ਕਾਫੀ ਆਸਾਨ ਨਿਕਲਿਓ ਅੱਜ ਜੋ ਕੁਝ ਹੋਇਆ ਕਿ ਨਾ ਜਾ ਕੋਰੋਨਾ ਇਟਾਲੀਅਨ ਉਹ ਸਾਡੀ ਤੇ ਮੈਂ ਮੁਸਲਮਾਨ ਭਾਈਚਾਰੇ ਨੂੰ ਕਿ ਇਹੋ ਜਿਹੀਆਂ ਘਟਨਾਵਾਂ ਉਹਦੇ ਨਾਲ ਭਾਈਚਾਰਕ ਸਾਂਝ ਵੀ ਟੁੱਟਦੀ ਆ ਤੇ ਮਨੁੱਖਤਾ ਦੇ ਦਰ ਦੇ ਉੱਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੋਰੋਨਾ ਵਾਰ ਵੀ ਖੋਲੋ ਜੀ ਕੋਰੋਨਾ ਦੀ ਕਾਫੀ ਆਸਾਨ ਨਿਕਲਿਓ ਦੇ ਵਿੱਚ ਇਹੋ ਜਿਹੀਆਂ ਕਿ ਨਾ ਜਾ ਕੋਰੋਨਾ ਇਟਾਲੀਅਨ ਉਹ कोरोना वार भी खोलो जी कोरोना की काफी आसान निकलियो कि ना जा कोरोना इटालियन कौन चलो भाई मैं कोरोना से पाना पाना की को नहीं मर के चाहिए यार ਗੁਰਦੁਆਰਾ ਸਾਹਿਬ ਵਿਖੇ ਕੁਝ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਉੱਥੇ ਜਿੰਨੇ ਵੀ ਸਾਡੀ ਸੰਗਤ ਦੇ ਰੂਪ ਦੇ ਵਿੱਚ ਬੈਠੀ ਸੀ ਸੰਗਤ ਉਹ ਗੋਲੀਆਂ ਦੇ ਨਾਲ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਔਰ ਇਸ ਘਟਨਾ ਦੇ ਨਾਲ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸਾਰੇ ਬਲੂੰਦੜ ਗਏ ਕਿਉਂਕਿ ਬਹੁਤ ਦਰਦਨਾਕ ਘਟਨਾ ਦੂਜੀ ਵਾਰੀ ਇਹ ਘਟ ਗਈ ਆ ਔਰ ਇਸ ਘਟਨਾ ਦੇ ਨਾਲ ਸਿੱਖ ਪੰਥ ਨੂੰ ਵੀ ਤੇ ਸਿੱਖਾਂ ਨੂੰ ਸੋਚਣਾ ਵੀ ਪੈ ਰਿਹਾ ਕਿ ਹੁਣ ਉਸ ਧਰਤੀ ਤੇ ਉਹਨੇ ਰਹਿਣਾ ਵੀ ਬਸਣਾ ਵੀ ਆ ਕਿ ਨਹੀਂ ਬਸਣਾ ਪਰ ਗੁਰੂ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਉਸ ਧਰਤੀ ਤੇ ਸੁਸ਼ੋਭਿਤ ਰਹਿਣੇ ਆ ਇਹ ਮੈਂ ਪਿਛਲੇ ਦਿਨੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਫਦ ਮਿਨੋਰਟੀ ਕਮਿਸ਼ਨ ਜਿਹੜਾ ਸਾਡਾ ਇੰਡੀਆ ਦਾ ਲਾਲਪੁਰਾ ਸਾਹਿਬ ਉਹਨੂੰ ਮਿਲਿਆ ਸੀ ਉਹਦੇ ਵਿੱਚ ਇਹ ਚੇਚੇ ਤੌਰ ਤੇ ਇੱਕ ਮੰਗ ਰੱਖੀ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਦੇ ਵਿੱਚ ਚੇਚੇ ਤੌਰ ਤੇ ਸਿੱਖ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿੱਚ ਰਹਿ ਗਏ ਆ ਉਹਨਾਂ ਦੀ ਜਾਂ ਤਾਂ ਸੁਰੱਖਿਆ ਯਕੀਨੀ ਬਣਾਈ ਜਾਵੇ ਜਾਂ ਉਹਨਾਂ ਨੂੰ ਇੱਥੇ ਸੱਦ ਕੇ ਫਿਰ ਆਪ ਹੀ ਸਿੱਖ ਪੰਥ ਉਹਨਾਂ ਦੀ ਦੇਖਭਾਲ ਕਰ ਲਊਗਾ ਉਹਨਾਂ ਲਈ ਆਉਣ ਦਾ ਇੱਥੇ ਜਿਹੜਾ ਰਾਹ ਪੱਧਰਾ ਕੀਤਾ ਜਾਵੇ ਪਰ ਮੈਨੂੰ ਅਫਸੋਸ ਆ ਕਿ ਇਹ ਸਾਡੀਆਂ ਮੰਗਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਔਰ ਅੱਜ ਜੋ ਕੁਝ ਹੋਇਆ ਉਹ ਮੈਂ ਸਮਝਦਾ ਉਹ ਸਾਡੀ ਪਿਛਲੇ ਦਿਨਾਂ ਦੀ ਰੀਤੀ ਪ੍ਰੈਜੈਂਟੇਸ਼ਨ ਜੇ ਉਹ ਤੇ ਕਾਰ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਅੱਜ ਇਹ ਘਟਨਾ ਇਦਾਂ ਦੀ ਨਾ ਵਾਪਰਦੀ ਤੇ ਮੈਂ ਮੁਸਲਮਾਨ ਭਾਈਚਾਰੇ ਨੂੰ ਵੀ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਘਟਨਾ ਜਿਹੜੀਆਂ ਉਹਦੇ ਨਾਲ ਭਾਈਚਾਰਕ ਸਾਂਝ ਵੀ ਟੁੱਟਦੀ ਆ ਤੇ ਮਨੁੱਖਤਾ ਦੇ ਦਰ ਦੇ ਉੱਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹੋ ਜਿਹੀਆਂ ਘਟਨਾ ਜਿਹੜੀਆਂ ਉਹ ਕਰਨੀਆਂ ਉਹ ਮਨੁੱਖਤਾ ਲਈ ਵੀ ਤੇ ਇਹਨਾਂ ਲਈ ਵੀ ਕਿਸੇ ਵੇਲੇ ਦਰਦਨਾਕ ਸਾਬਤ ਹੋਣਗੀਆਂ ਸੋ ਮੈਂ ਪੁਰਜੋੜ ਨਿਖੇਧੀ ਨਹੀਂ ਕਰਦਾ ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਹਾਲੇ ਵੀ ਜਾਗ ਜਾਓ ਉੱਥੇ ਜਿਹੜੇ ਸਿੱਖ ਆ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ ਜੇ ਕਿੰਨੀ ਬਣਨੀ ਹੁਣ ਮੇਰਾ ਖਿਆਲ ਕੋਈ ਲੱਗਿਆ ਕੋਈ ਨਿਫਲ ਹੀ ਹੋਣੀ ਆ ਪਰ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਉਹਨਾਂ ਦਾ ਰਹਿਣ ਬਸੇਰਾ ਜਿਹੜਾ ਇੱਥੇ ਇਸ ਧਰਤੀ ਤੇ ਕੀਤਾ ਜਾਵੇ ਇਹੋ ਹੀ ਮੇਰੀ ਪੰਜਾਬ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਤੋਂ ਅੱਜ ਦੀ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਕਾਬਲ ਦੇ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਕੁਝ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਉੱਥੇ ਜਿੰਨੇ ਵੀ ਸਾਡੀ ਸੰਗਤ ਦੇ ਰੂਪ ਦੇ ਵਿੱਚ ਬੈਠੀ ਸੀ ਸੰਗਤ ਉਹ ਗੋਲੀਆਂ ਦੇ ਨਾਲ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਔਰ ਇਸ ਘਟਨਾ ਦੇ ਨਾਲ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸਾਰੇ ਬਲੂੰਦੜ ਗਏ ਕਿਉਂਕਿ ਬਹੁਤ ਦਰਦਨਾਕ ਘਟਨਾ ਦੂਜੀ ਵਾਰੀ ਇਹ ਘਟ ਗਈ ਆ ਔਰ ਇਸ ਘਟਨਾ ਦੇ ਨਾਲ
ਸਿੱਖ ਪੰਥ ਨੂੰ ਵੀ ਤੇ ਸਿੱਖਾਂ ਨੂੰ ਸੋਚਣਾ ਵੀ ਪੈ ਰਿਹਾ ਕਿ ਹੁਣ ਉਸ ਧਰਤੀ ਤੇ ਉਹਨੇ ਰਹਿਣਾ ਵੀ, ਬਸਣਾ ਵੀ ਆ ਕਿ ਨਹੀਂ ਬਸਣਾ। ਪਰ ਗੁਰੂ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਉਸ ਧਰਤੀ ਤੇ ਸੁਸ਼ੋਭਿਤ ਰਹਿਣੇ ਆ। ਇਹ ਮੈਂ ਪਿਛਲੇ ਦਿਨੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਫਤ ਮਿਨੋਰਟੀ ਕਮਿਸ਼ਨ ਜਿਹੜਾ ਸਾਡਾ ਇੰਡੀਆ ਦਾ ਲਾਲਪੁਰਾ ਸਾਹਿਬ ਉਹਨੂੰ ਮਿਲਿਆ ਸੀ। ਉਹਦੇ ਵਿੱਚ ਅਸੀਂ ਇਹ ਚੇਚੇ ਤੌਰ ਤੇ ਇੱਕ ਮੰਗ ਰੱਖੀ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਦੇ ਵਿੱਚ ਚੇਚੇ ਤੌਰ ਤੇ ਸਿੱਖ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿੱਚ ਰਹਿ ਗਏ ਆ, ਉਹਨਾਂ ਦੀ ਜਾਂ ਤਾਂ ਸੁਰੱਖਿਆ ਯਕੀਨੀ ਬਣਾਈ ਜਾਵੇ ਜਾਂ ਉਹਨਾਂ ਨੂੰ ਇੱਥੇ ਸੱਦ ਕੇ ਫਿਰ ਆਪ ਹੀ ਸਿੱਖ ਪੰਥ ਉਹਨਾਂ ਦੀ ਦੇਖਭਾਲ ਕਰ ਲਊਗਾ, ਉਹਨਾਂ ਲਈ ਆਉਣ ਦਾ ਇੱਥੇ ਜਿਹੜਾ ਰਾਹ ਪੱਧਰਾ ਕੀਤਾ ਜਾਵੇ। ਪਰ ਮੈਨੂੰ ਅਫਸੋਸ ਆ ਕਿ ਇਹ ਸਾਡੀਆਂ ਮੰਗਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ, ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਔਰ ਅੱਜ ਜੋ ਕੁਝ ਹੋਇਆ ਉਹ ਮੈਂ ਸਮਝਦਾ ਉਹ ਸਾਡੀ ਪਿਛਲੇ ਦਿਨਾਂ ਦੀ ਰੀਤੀ ਪ੍ਰੈਜੈਂਟੇਸ਼ਨ ਜੇ ਉਹ ਤੇ ਕਾਰ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਅੱਜ ਇਹ ਘਟਨਾ ਇਦਾਂ ਦੀ ਨਾ ਵਾਪਰਦੀ। ਤੇ ਮੈਂ ਮੁਸਲਮਾਨ ਭਾਈਚਾਰੇ ਨੂੰ ਵੀ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਘਟਨਾ ਜਿਹੜੀਆਂ ਉਹਦੇ ਨਾਲ ਭਾਈਚਾਰਕ ਸਾਂਝ ਵੀ ਟੁੱਟਦੀ ਆ ਤੇ ਮਨੁੱਖਤਾ ਦੇ ਦਰ ਦੇ ਉੱਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹੋ ਜਿਹੀਆਂ ਘਟਨਾ ਜਿਹੜੀਆਂ ਉਹ ਕਰਨੀਆਂ ਉਹ ਮਨੁੱਖਤਾ ਲਈ ਵੀ ਤੇ ਇਹਨਾਂ ਲਈ ਵੀ ਕਿਸੇ ਵੇਲੇ ਦਰਦਨਾਕ ਸਾਬਤ ਹੋਣਗੀਆਂ। ਸੋ ਮੈਂ ਪੁਰਜੋੜ ਨਿਖੇਧੀ ਨਹੀਂ ਕਰਦਾ, ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਹਾਲੇ ਵੀ ਜਾਗ ਜਾਓ, ਉੱਥੇ ਜਿਹੜੇ ਸਿੱਖ ਆ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ। ਜੇ ਕਿੰਨੀ ਬਣਨੀ ਹੁਣ ਮੇਰਾ ਖਿਆਲ ਕੋਈ ਲੱਗਿਆ ਕੋਈ ਨਿਫਲ ਹੀ ਹੋਣੀ ਆ, ਪਰ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਉਹਨਾਂ ਦਾ ਰਹਿਣ ਬਸੇਰਾ ਜਿਹੜਾ ਇੱਥੇ ਇਸ ਧਰਤੀ ਤੇ ਕੀਤਾ ਜਾਵੇ। ਇਹੋ ਹੀ ਮੇਰੀ ਪੰਜਾਬ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਤੋਂ ਅੱਜ ਦੀ ਮੰਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਕਾਬਲ ਦੇ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਕੁਝ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਉੱਥੇ ਜਿੰਨੇ ਵੀ ਸਾਡੀ ਸੰਗਤ ਦੇ ਰੂਪ ਦੇ ਵਿੱਚ ਬੈਠੀ ਸੀ ਸੰਗਤ, ਉਹ ਗੋਲੀਆਂ ਦੇ ਨਾਲ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਔਰ ਇਸ ਘਟਨਾ ਦੇ ਨਾਲ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸਾਰੇ ਬਲੂੰਦੜ ਗਏ, ਕਿਉਂਕਿ ਬਹੁਤ ਦਰਦਨਾਕ ਘਟਨਾ ਦੂਜੀ ਵਾਰੀ ਇਹ ਘਟ ਗਈ ਆ। ਔਰ ਇਸ ਘਟਨਾ ਦੇ ਨਾਲ ਸਿੱਖ ਪੰਥ ਨੂੰ ਵੀ ਤੇ ਸਿੱਖਾਂ ਨੂੰ ਸੋਚਣਾ ਵੀ ਪੈ ਰਿਹਾ ਕਿ ਹੁਣ ਉਸ ਧਰਤੀ ਤੇ ਉਹਨੇ ਰਹਿਣਾ ਵੀ, ਬਸਣਾ ਵੀ ਆ ਕਿ ਨਹੀਂ ਬਸਣਾ। ਪਰ ਗੁਰੂ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਉਸ ਧਰਤੀ ਤੇ ਸੁਸ਼ੋਭਿਤ ਰਹਿਣੇ ਆ। ਇਹ ਮੈਂ ਪਿਛਲੇ ਦਿਨੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਫਤ ਮਿਨੋਰਟੀ ਕਮਿਸ਼ਨ ਜਿਹੜਾ ਸਾਡਾ ਇੰਡੀਆ ਦਾ ਲਾਲਪੁਰਾ ਸਾਹਿਬ ਉਹਨੂੰ ਮਿਲਿਆ ਸੀ। ਉਹਦੇ ਵਿੱਚ ਅਸੀਂ ਇਹ ਚੇਚੇ ਤੌਰ ਤੇ ਇੱਕ ਮੰਗ ਰੱਖੀ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਦੇ ਵਿੱਚ ਚੇਚੇ ਤੌਰ ਤੇ ਸਿੱਖ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿੱਚ ਰਹਿ ਗਏ ਆ, ਉਹਨਾਂ ਦੀ ਜਾਂ ਤਾਂ ਸੁਰੱਖਿਆ ਯਕੀਨੀ ਬਣਾਈ ਜਾਵੇ ਜਾਂ ਉਹਨਾਂ ਨੂੰ ਇੱਥੇ ਸੱਦ ਕੇ ਫਿਰ ਆਪ ਹੀ ਸਿੱਖ ਪੰਥ ਉਹਨਾਂ ਦੀ ਦੇਖਭਾਲ ਕਰ ਲਊਗਾ, ਉਹਨਾਂ ਲਈ ਆਉਣ ਦਾ ਇੱਥੇ ਜਿਹੜਾ ਰਾਹ ਪੱਧਰਾ ਕੀਤਾ ਜਾਵੇ। ਪਰ ਮੈਨੂੰ ਅਫਸੋਸ ਆ ਕਿ ਇਹ ਸਾਡੀਆਂ ਮੰਗਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ, ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਔਰ ਅੱਜ ਜੋ ਕੁਝ ਹੋਇਆ ਉਹ ਮੈਂ ਸਮਝਦਾ ਉਹ ਸਾਡੀ ਪਿਛਲੇ ਦਿਨਾਂ ਦੀ ਰੀਤੀ ਪ੍ਰੈਜੈਂਟੇਸ਼ਨ ਜੇ ਉਹ ਤੇ ਕਾਰ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਅੱਜ ਇਹ ਘਟਨਾ ਇਦਾਂ ਦੀ ਨਾ ਵਾਪਰਦੀ। ਤੇ ਮੈਂ ਮੁਸਲਮਾਨ ਭਾਈਚਾਰੇ ਨੂੰ ਵੀ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਘਟਨਾ ਜਿਹੜੀਆਂ ਉਹਦੇ ਨਾਲ ਭਾਈਚਾਰਕ ਸਾਂਝ ਵੀ ਟੁੱਟਦੀ ਆ ਤੇ ਮਨੁੱਖਤਾ ਦੇ ਦਰ ਦੇ ਉੱਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹੋ ਜਿਹੀਆਂ ਘਟਨਾ ਜਿਹੜੀਆਂ ਉਹ ਕਰਨੀਆਂ ਉਹ
ਮਨੁੱਖਤਾ ਲਈ ਵੀ ਤੇ ਇਹਨਾਂ ਲਈ ਵੀ ਕਿਸੇ ਵੇਲੇ ਦਰਦਨਾਕ ਸਾਬਤ ਹੋਣਗੀਆਂ। ਸੋ ਮੈਂ ਪੁਰਜੋੜ ਨਿਖੇਧੀ ਨਹੀਂ ਕਰਦਾ, ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਹਾਲੇ ਵੀ ਜਾਗ ਜਾਓ। ਉੱਥੇ ਗੁਰੂ ਰਾਮਵਾਰ ਕੀ ਖਲੋਤੀ ਕਰੋਗਾ ਦੀ ਉਦਾਸ ਗੁਰੂ ਰਾਮਵਾਰ ਕੀ ਖਲੋਤੀ ਕਰੋਗਾ ਦੀ ਉਦਾਸ ਕਾਫੀ ਆਸਾਨ निकलियो आगे ना जाओ गुरु रामवार की खलोती करोगा दी उदास काफी आसान निकलियो आगे ना जाओ कोरोना इटालियन कौन जुल्म भाई मैं कोरोना की उदास सलमान पाना पाना की को नहीं है। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जांच अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है, किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है, किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है, किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है, किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है, किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं,
अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है। किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं। अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है। किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं। अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है। किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से, वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे। गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं। अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है। कोरोना वार की कोरोना की हो रहा है। काफी आसान क्यों आगे ना जाओ, कोरोना इटालियन में और चलो भाई कोरोना की हो रहा है। सलमान पाना पाना की को नहीं मर गई यार। सॉरी संग वहाँ बाहर फिर वाह कोरोना वार की कोरोना की हो रहा है। काफी आसान क्यों आगे ना जाओ, कोरोना इटालियन में और चलो भाई कोरोना की हो रहा है। सलमान पाना पाना की को नहीं मर गई यार। सॉरी संग वहाँ बाहर फिर वाह कोरोना वार की कोरोना की हो रहा है। काफी आसान क्यों आगे ना जाओ, कोरोना इटालियन में और चलो भाई कोरोना की हो रहा है। सलमान पाना हाँ गड़िया कार खींचो। हाँ थोड़े कार रखो। वाहिगुरु वाहिगुरु हाँ लेके उस कार लेके। हाँ गड़िया कार खींचो। नहीं देखिए सारे अंदर रघु के अंदर के पूरा गुरुद्वारा उसके छप्पन के अंदर केक नहीं ऐसे आग न लगी है, लेकिन चौरा नहीं वो भी हाल चो रघुवरा नहीं देखिए सारे अंदर रघु के अंदर के पूरा गुरुद्वारा उसके छप्पन के अंदर केक नहीं ऐसे आग न लगी है, लेकिन चौरा नहीं वो भी हाल चो रघुवरा नहीं देखिए सारे अंदर रघु के अंदर के पूरा गुरुद्वारा उसके छप्पन के अंदर केक नहीं ऐसे आग न लगी है, लेकिन चौरा नहीं वो भी हाल चो रघुवरा नहीं देखिए सारे अंदर रघु के अंदर के पूरा
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਕਾਬਲ ਦੇ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਕੁਝ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਉੱਥੇ ਜਿੰਨੇ ਵੀ ਸਾਡੀ ਸੰਗਤ ਦੇ ਰੂਪ ਦੇ ਵਿੱਚ ਬੈਠੀ ਸੀ ਸੰਗਤ, ਉਹ ਗੋਲੀਆਂ ਦੇ ਨਾਲ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਔਰ ਇਸ ਘਟਨਾ ਦੇ ਨਾਲ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸਾਰੇ ਬਲੂੰਦੜ ਗਏ, ਕਿਉਂਕਿ ਬਹੁਤ ਦਰਦਨਾਕ ਘਟਨਾ ਦੂਜੀ ਵਾਰੀ ਇਹ ਘਟ ਗਈ ਆ। ਔਰ ਇਸ ਘਟਨਾ ਦੇ ਨਾਲ ਸਿੱਖ ਪੰਥ ਨੂੰ ਵੀ ਤੇ ਸਿੱਖਾਂ ਨੂੰ ਸੋਚਣਾ ਵੀ ਪੈ ਰਿਹਾ ਕਿ ਹੁਣ ਉਸ ਧਰਤੀ ਤੇ ਉਹਨੇ ਰਹਿਣਾ ਵੀ, ਬਸਣਾ ਵੀ ਆ ਕਿ ਨਹੀਂ ਬਸਣਾ। ਪਰ ਗੁਰੂ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਉਸ ਧਰਤੀ ਤੇ ਸੁਸ਼ੋਭਿਤ ਰਹਿਣੇ ਆ। ਇਹ ਮੈਂ ਪਿਛਲੇ ਦਿਨੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਫਦ
ਮਿਨੋਰਟੀ ਕਮਿਸ਼ਨ ਜਿਹੜਾ ਸਾਡਾ ਇੰਡੀਆ ਦਾ ਲਾਲਪੁਰਾ ਸਾਹਿਬ ਉਹਨੂੰ ਮਿਲਿਆ ਸੀ। ਉਹਦੇ ਵਿੱਚ ਅਸੀਂ ਅਚੇਚੇ ਤੌਰ ਤੇ ਇੱਕ ਮੰਗ ਰੱਖੀ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਦੇ ਵਿੱਚ ਅਚੇਚੇ ਤੌਰ ਤੇ ਸਿੱਖ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿੱਚ ਰਹਿ ਗਏ ਆ, ਉਹਨਾਂ ਦੀ ਜਾਂ ਤਾਂ ਸੁਰੱਖਿਆ ਯਕੀਨੀ ਬਣਾਈ ਜਾਵੇ ਜਾਂ ਉਹਨਾਂ ਨੂੰ ਇੱਥੇ ਸੱਦ ਕੇ ਫਿਰ ਆਪ ਹੀ ਸਿੱਖ ਪੰਥ ਉਹਨਾਂ ਦੀ ਦੇਖਭਾਲ ਕਰ ਲਊਗਾ, ਉਹਨਾਂ ਲਈ ਆਉਣ ਦਾ ਇੱਥੇ ਜਿਹੜਾ ਰਾਹ ਪੱਧਰਾ ਕੀਤਾ ਜਾਵੇ। ਪਰ ਮੈਨੂੰ ਅਫਸੋਸ ਆ ਕਿ ਇਹ ਸਾਡੀਆਂ ਮੰਗਾਂ ਤੱਕ ਹੀ ਸੀਮਤ ਰਹਿ ਜਾਂਦੀਆਂ, ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਔਰ ਅੱਜ ਜੋ ਕੁਝ ਹੋਇਆ ਉਹ ਮੈਂ ਸਮਝਦਾ ਉਹ ਸਾਡੀ ਪਿਛਲੇ ਦਿਨਾਂ ਦੀ ਰਿਪਰੈਜ਼ੈਂਟੇਸ਼ਨ ਜੇ ਉਹ ਤੇ ਕਾਰ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਅੱਜ ਇਹ ਘਟਨਾ ਇਦਾਂ ਦੀ ਨਾ ਵਾਪਰਦੀ। ਤੇ ਮੈਂ ਮੁਸਲਮਾਨ ਭਾਈਚਾਰੇ ਨੂੰ ਵੀ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਘਟਨਾ ਜਿਹੜੀਆਂ ਉਹਦੇ ਨਾਲ ਭਾਈਚਾਰਕ ਸਾਂਝ ਵੀ ਟੁੱਟਦੀ ਆ ਤੇ ਮਨੁੱਖਤਾ ਦੇ ਦਰ ਦੇ ਉੱਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹੋ ਜਿਹੀਆਂ ਘਟਨਾ ਜਿਹੜੀਆਂ ਉਹ ਕਰਨੀਆਂ ਉਹ ਮਨੁੱਖਤਾ ਲਈ ਵੀ ਤੇ ਇਹਨਾਂ ਲਈ ਵੀ ਕਿਸੇ ਵੇਲੇ ਦਰਦਨਾਕ ਸਾਬਤ ਹੋਣਗੀਆਂ। ਸੋ ਮੈਂ ਪੁਰਜੋੜ ਨਿਖੇਧੀ ਨਹੀਂ ਕਰਦਾ, ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਹਾਲੇ ਵੀ ਜਾਗ ਜਾਓ, ਉੱਥੇ ਜਿਹੜੇ ਸਿੱਖ ਆ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ। ਜੇ ਕਿੰਨੀ ਬਣਨੀ ਹੁਣ ਮੇਰਾ ਖਿਆਲ ਕੋਈ ਲੱਗਿਆ ਕੋਈ ਨਿਫਲ ਹੀ ਹੋਣੀ ਆ, ਪਰ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਉਹਨਾਂ ਦਾ रहन बसे। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे, गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है, किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से वाहिगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे, गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात अंदर छोड़ देगा सर दरवाजे